ਹੈਲੋ ਸਟੂਡੈਂਟਸ, ਆਪਾਂ ਆ ਗਏ ਜੀ ਮਿੱਟੀ ਅਧਿਆਇ ਤੇ ਆ ਗਏ। ਤੁਹਾਡੇ ਕੋਲ ਅਧਿਆਇ ਨੰਬਰ 9 ਹੈਗਾ, ਇਹਦਾ ਨਾਂ ਹੈਗਾ ਮਿੱਟੀ ਤੁਹਾਡੇ ਕੋਲ। ਠੀਕ ਹੈ ਜੀ। ਸੋ ਆਪਾਂ ਦੇਖੀਏ ਜੀ ਕੀ ਕਹਿੰਦਾ। ਤੁਹਾਡੇ ਕੋਲ ਆਪਣੀ ਕਿਤਾਬਾਂ ਖੋਲ ਲਓ ਜੀ ਤੁਹਾਡੇ ਕੋਲ। ਸੋ ਕਿਤਾਬਾਂ ਖੋਲ ਲਓਗੇ ਤੁਹਾਡੇ ਕੋਲ ਤਾਂ ਜਿਹੜਾ ਹੈਗਾ ਆਰਾਮ ਨਾਲ ਤੁਸੀਂ ਉੱਤੇ ਭਰੀ ਜਾਓਗੇ। ਧਰਤੀ ਦੀ ਉੱਪਰਲੀ 30 ਤੋਂ 40 ਸੈਂਟੀਮੀਟਰ ਡੂੰਘੀ ਪਰਤ ਨੂੰ ਜਿਸ ਫਸਲਾਂ ਉੱਗ ਸਕਣ ਨੂੰ ਉੱਪਰਲੀ ਮਿੱਟੀ ਕਹਿੰਦੇ ਆ। ਟੌਪ ਸੋਇਲ ਕਹਿੰਦੇ ਹੁੰਦੇ ਇਹਨੂੰ। ਉੱਪਰਲੀ ਮਿੱਟੀ ਭੋਵੀ ਇਹਨੂੰ ਹੀ ਕਹਿੰਦੇ ਆ। ਧਰਤੀ ਦਾ ਕਾਰ ਚਿੱਤਰ ਮਿੱਟੀ ਦੀਆਂ ਪਰਤਾਂ ਦਰਸਾਉਂਦਾ ਹੈ। ਠੀਕ ਹੈ ਜੀ। ਸੋ ਮਿੱਟੀ ਅਗਰ ਕਿਤਾਬ ਖੋਲ ਕੇ ਦੇਖੋਗੇ ਤਾਂ ਜਿਹੜਾ ਹੈਗਾ ਸੌਖਾ ਕੰਮ ਹੋ ਜਾਊਗਾ। ਮਿੱਟੀ ਦੇ ਤੇਜ਼ਾਬੀ ਸੁਭਾਅ ਜਾਂ ਖਾਰੀ ਸੁਭਾਅ ਨੂੰ ਕਾਹਦੇ ਨਾਲ ਚੈੱਕ ਕੀਤਾ ਜਾ ਸਕਦਾ? ਪੀਐਚ ਪੇਪਰ ਨਾਲ ਆਪਾਂ ਚੈੱਕ ਕਰ ਸਕਦੇ ਹਾਂ। ਪੀਐਚ ਪੇਪਰ ਤੁਹਾਨੂੰ ਦੱਸ ਦੇਗਾ ਤੁਹਾਡੇ ਪਾਸ ਵੀ ਜਿਹੜਾ ਹੈਗਾ ਹੈ ਪੀਐਚ ਪੇਪਰ ਤੇ ਜਿਹੜੀ ਰੀਡਿੰਗ ਆਉਂਦੀ ਹੁੰਦੀ ਹੈ ਨਾ, ਉਸ ਰੀਡਿੰਗ ਤੋਂ ਆਪਾਂ ਨੂੰ ਪਤਾ ਲੱਗ ਜਾਂਦਾ ਹੈਗਾ ਤੁਹਾਡੇ ਕੋਲ। ਠੀਕ ਹੈ ਜੀ। ਤੇ ਜੇ ਤੇਜ਼ਾਬੀ ਮਿੱਟੀ ਹੋਵੇ, ਮੰਨ ਲਓ ਆਪਾਂ ਕਹੀਏ ਤੇਜ਼ਾਬੀ ਮਿੱਟੀ, ਜੇ ਤੇਜ਼ਾਬੀ ਸੁਭਾਅ ਹੋਊਗਾ ਤਾਂ ਪੀਐਚ ਜਿਹੜੀ ਹੈ 1 ਤੋਂ 6 ਦੇ ਵਿੱਚ ਆ ਜਾਂਦੀ ਹੈ। ਤੇ ਜੇ ਖਾਰੀ ਹੋਵੇ ਤੁਹਾਡੇ ਕੋਲ ਤਾਂ ਫਿਰ 7 ਤੇ ਜਿਹੜਾ ਹੈਗਾ ਉਹ ਨਿਊਟਰਲ ਰਹੂਗੀ। 8 ਤੋਂ 14 ਪੀਐਚ ਤੇ ਰੀਡਿੰਗ ਆ ਜੇ ਤਾਂ ਖਾਰੀ ਹੁੰਦਾ। ਜੇ 7 ਆ ਜੇ ਤਾਂ ਉਦਾਸੀਨ ਕਹਿੰਦੇ ਆ। ਅਗਰ ਪੀਐਚ 7 ਆ ਗਈ ਤਾਂ ਉਦਾਸੀਨ ਕਹਿੰਦੇ ਆ। ਇਹਨੂੰ ਆਪਾਂ ਯਾਦ ਰੱਖਣਾ। ਚੀਕਣੀ ਮਿੱਟੀ ਬਹੁਤ ਬਰੀਕ ਕਣ ਹੁੰਦੇ ਹਨ, ਮਲਮਲ ਦੇ ਕੱਪੜੇ ਵਿੱਚੋਂ ਵੀ ਲੰਘ ਸਕਦੇ ਹਨ। ਚੀਕਣੀ ਮਿੱਟੀ ਬਰੀਕ ਹੁੰਦੀ ਹੈ ਤਾਂ ਹੀ ਪਾਣੀ ਨੂੰ ਹੋਲਡ ਕਰ ਲੈਂਦੀ ਹੈ। ਰੇਤਲੀ ਮਿੱਟੀ ਦੀ ਪਾਣੀ ਨੂੰ ਸਮਰੱਥਾ ਰੋਕਣ ਦੀ ਘੱਟ ਹੁੰਦੀ ਹੈ ਤੇ ਕਣ ਵੱਡੇ ਹੁੰਦੇ ਨੇ। ਉਦਾਸੀਨ ਮਿੱਟੀ ਫਸਲ ਉਗਾਉਣ ਲਈ ਸਭ ਤੋਂ ਚੰਗੀ ਹੈ। ਮਤਲਬ ਨਾ ਭੂਮੀ ਖਾਰੀ ਹੋਵੇ ਤੇ ਨਾ ਭੂਮੀ ਤੇਜ਼ਾਬੀ ਹੋਵੇ, ਜਿਹਦੀ ਪੀਐਚ ਵੈਲਿਊ 7 ਹੋਵੇ ਤੁਹਾਡੇ ਕੋਲ। ਭਾਰਤ ਦੇ ਗੁਜਰਾਤ ਤੇ ਮਹਾਰਾਸ਼ਟਰ ਵਰਗੇ ਪੱਛਮੀ ਰਾਜਾਂ ਵਿੱਚ ਮਿੱਟੀ ਕਾਲੇ ਰੰਗ ਦੀ ਹੁੰਦੀ ਹੈ। ਠੀਕ ਹੈ ਜੀ। ਕਾਲੀ ਮਿੱਟੀ ਹੁੰਦੀ ਹੈ। ਇਹ 'ਚ ਐਲੂਮੀਨੀਅਮ, ਲੋਹੇ, ਧਾਤਾਂ ਦੇ ਲੂਣ ਹੁੰਦੇ ਨੇ ਤੁਹਾਡੇ ਕੋਲ। ਠੀਕ ਹੈ। ਤੇ ਸੜੇ ਹੋਏ ਕਾਰਬਨਿਕ ਪਦਾਰਥ ਵੀ ਹੁੰਦੇ ਨੇ ਤੁਹਾਡੇ ਕੋਲ। ਬਹੁਤ ਬਰੀਕ ਚੀਕਣੀ ਮਿੱਟੀ, ਘੁਮਿਆਰ ਭਾਂਡੇ। ਸੋ ਇਹ ਦੋਨੋਂ ਚੀਜ਼ਾਂ ਕਾਫੀ ਇੰਪੋਰਟੈਂਟ ਹੈਗੀਆਂ। ਚੀਕਣੀ ਦੀ ਮਿੱਟੀ ਨੂੰ ਸੀਮੈਂਟ ਬਣਾਉਣ ਵਿੱਚ ਵਰਤਿਆ ਜਾਂਦਾ। ਇੱਟਾਂ ਦੇ ਨਿਰਮਾਣ ਵਿੱਚ ਵੀ ਮਿੱਟੀ ਵਰਤਦੇ ਆ। ਠੀਕ ਹੈ ਜੀ। ਸੋ ਡੈਸ਼ਾਂ 'ਚ ਕੋਈ ਇੰਨਾ ਖਾਸ ਹੈ ਨਹੀਂ ਸੀਗਾ। ਮਿੱਟੀ ਦਾ ਤੇਜ਼ਾਬੀ ਜਾਂ ਖਾਰੀ ਸੁਭਾਅ ਪੀਐਚ ਪੇਪਰ ਨਾਲ ਜਾਂਚ ਕੀਤੀ ਜਾਂਦੀ ਹੈ। ਹੁਣੇ ਤੁਹਾਨੂੰ ਲਿਖਿਆ ਆ ਰਿਹਾ ਪੀਐਚ ਪੇਪਰ ਦੀ ਰੀਡਿੰਗ ਦੱਸੂਗੀ ਤੇਜ਼ਾਬੀ ਹੈ ਕਿ ਖਾਰੀ ਹੈ ਕਿ ਉਦਾਸੀਨ ਹੈ। ਠੀਕ ਹੈ। 100 ਸੈਂਟੀਮੀਟਰ ਡੂੰਘਾਈ ਤੋਂ ਹੇਠਾਂ ਧਰਤੀ ਦੀ ਪਰਤ ਨੂੰ ਪੋਹ ਕਹਿੰਦੇ ਹਨ। ਗਲਤ ਹੈ ਜੀ ਤੁਹਾਡੇ ਕੋਲ। ਸਾਰੀਆਂ ਫਸਲਾਂ ਰੇਤਲੀ ਮਿੱਟੀ ਵਿੱਚ ਵਧੀਆ ਹੁੰਦੀਆਂ ਨਾ, ਰੇਤਲੀ ਮਿੱਟੀ ਸਾਰੀਆਂ ਫਸਲਾਂ ਵਧੀਆ ਨਹੀਂ ਹੁੰਦੀਆਂ ਹੈਗੀਆਂ। ਸੋ ਵੀ ਗਲਤ ਹੈ। ਠੀਕ ਹੈ। ਚਰਾਂਦਾ ਪਸ਼ੂਆਂ ਦੁਆਰਾ ਵੱਧ ਚਰਨ ਨਾਲ ਭੁੱਖੋਰ ਹੁੰਦਾ ਹੈ। ਜਿੰਨੇ ਪਸ਼ੂ ਜ਼ਿਆਦਾ ਚਰਨਗੇ, ਠੀਕ ਹੈ, ਉਨੀ ਜਿਹੜੀ ਹੈਗੀ ਉਹ ਗ੍ਰੀਨਰੀ ਨੂੰ ਖਤਮ ਕਰਨਗੇ, ਘਾਹ ਖਾਣਗੇ। ਜਦੋਂ ਇਹ ਘਾਹ ਘੂ ਖਾਧਾ ਜਾਂਦਾ ਫਿਰ ਭੁੱਖੋਰ ਪੱਕਾ ਹੁੰਦਾ ਜੀ ਤੁਹਾਡੇ ਕੋਲ। ਖਾਨਾ ਦੇ ਪੁੱਟਣ ਨਾਲ ਭੁੱਖੋਰ ਰੁਕ ਜਾਂਦਾ ਹੈ। ਗਲਤ ਹੈ ਜੀ। ਖਾਨਾ ਜਦ ਤੁਸੀਂ ਪੁੱਟਦੇ ਹੋ ਤੁਸੀਂ ਤਾਂ ਟੋਏ ਕਰ ਰਹੇ ਹੋ। ਜੇ ਟੋਏ ਪੁੱਟੋਗੇ ਮਿੱਟੀ 'ਚ ਭੁੱਖੋਰ ਵਧੂਗਾ ਹੀ। ਚੀਕਣੀ ਮਿੱਟੀ ਵਿੱਚੋਂ ਪਾਣੀ ਆਸਾਨੀ ਨਾਲ ਰਿਸ ਜਾਂਦਾ ਹੈ। ਗਲਤ ਹੈ। ਰੇਤਲੀ 'ਚੋਂ ਰਿਸਦਾ ਜੀ ਤੁਹਾਡੇ ਕੋਲ, ਚੀਕਣੀ 'ਚੋਂ ਨਹੀਂ। ਚੀਕਣੀ ਦੇ ਤਾਂ ਕਣ ਬਹੁਤ ਛੋਟੇ ਛੋਟੇ ਨੇ, ਛੋਟੇ ਕਣਾਂ 'ਚੋਂ ਰਿਸਦਾ ਨਹੀਂ ਹੈਗਾ। ਠੀਕ ਹੈ ਜੀ। ਸੋ ਆਹ ਸਾਰੀ ਇੰਪੋਰਟੈਂਟ ਨੇ ਜੀ। ਕਿਵੇਂ ਪਾਣੀ ਆਸਾਨੀ ਨਾਲ ਰਿਸਦਾ, ਕਿਸ ਤੋਂ? ਚੀਕਣੀ ਮਿੱਟੀ ਤੋਂ, ਰੇਤਲੀ ਤੋਂ। ਠੀਕ ਹੈ। ਇੱਥੇ ਸੀ ਚੀਕਣੀ ਮਿੱਟੀ ਤੋਂ ਆਸਾਨੀ ਨਾਲ ਤਾਂ। ਸੋ ਦੂਜਾ, ਇਹ ਮਿੱਟੀ ਕਪਾਹ ਲਈ ਸਭ ਤੋਂ ਵਧੀਆ ਕਾਲੀ ਮਿੱਟੀ ਹੁੰਦੀ ਹੈ। ਠੀਕ ਹੈ। ਪੋਲੀਥੀਨ, ਪਲਾਸਟਿਕ, ਕੀਟਨਾਸ਼ਕ ਇਹ ਪ੍ਰਦੂਸ਼ਣ ਕਰਦੇ ਨੇ ਮਿੱਟੀ ਦਾ। ਖਾਨਾ ਪੁੱਟਣ, ਵੱਧ ਚਰਾਉਣ ਤੇ ਰੁੱਖ ਕੱਟਣ ਨਾਲ ਕੀ ਹੁੰਦਾ? ਭੁੱਖੋਰ ਹੁੰਦਾ ਜੀ। ਇਸ ਮਿੱਟੀ ਦੀ ਵਰਤੋਂ ਸੀਮੈਂਟ ਬਣਾਉਣ ਲਈ ਕੀਤੀ ਜਾਂਦੀ ਹੈ, ਚੀਕਣੀ ਮਿੱਟੀ ਦੀ। ਸੋ ਇਹ ਸਾਰੇ ਇੰਪੋਰਟੈਂਟ ਨੇ ਜੀ ਤੁਹਾਡੇ ਕੋਲ। ਠੀਕ ਹੈ ਜੀ। ਉਸ ਤੋਂ ਬਾਅਦ ਸਹੀ ਉੱਤਰ ਚੁਣੋ। ਕਿਸ ਕਿਰਿਆ ਨਾਲ ਭੁੱਖੋਰ ਨਹੀਂ ਹੁੰਦਾ? ਰੁੱਖ ਕੱਟਣ ਨਾਲ ਭੁੱਖੋਰ ਹੋਏਗਾ, ਪਸ਼ੂ ਚਰਾਉਣ ਨਾਲ ਹੋਏਗਾ, ਖਾਨਾ ਪੁੱਟਣ ਨਾਲ ਹੋਏਗਾ, ਚੈੱਕ ਡੈਮ ਬਣਾਉਣ ਨਾਲ ਨਹੀਂ ਹੋਏਗਾ। ਚੈੱਕ ਡੈਮ ਆਪਾਂ ਬਣਾਉਂਦੇ ਹੀ ਇਸ ਕਰਕੇ ਆ ਵੀ ਭੂਮੀ ਖੋਰ ਰੁਕ ਜੇ ਜਾਂ ਫਿਰ ਇਲੈਕਟ੍ਰੀਸਿਟੀ ਜਨਰੇਟ ਛੋਟੇ ਪੱਧਰ ਤੇ ਕਰ ਲਈਏ। ਮਿੱਟੀ ਦਾ ਪ੍ਰਦੂਸ਼ਣ ਕਾਹਦੇ ਕਰਕੇ ਹੁੰਦਾ ਹੈਗਾ? ਠੀਕ ਹੈ। ਕੀਟਨਾਸ਼ਕ ਅਤੇ ਰਸਾਇਣਿਕ ਖਾਦਾਂ ਯੂਜ਼ ਕਰੋਗੇ ਤਾਂ ਮਿੱਟੀ ਦਾ ਪ੍ਰਦੂਸ਼ਣ ਹੋਏਗਾ। ਮਿੱਟੀ ਦੀ ਵਰਤੋਂ ਨਹੀਂ ਹੁੰਦੀ। ਠੀਕ ਹੈ। ਚੈੱਕ ਡੈਮ ਬਣਾਉਣ ਲਈ, ਸੀਮੈਂਟ ਬਣਾਉਣ ਲਈ, ਮਿੱਟੀ ਦੇ ਭਾਂਡੇ, ਕੀਟਨਾਸ਼ਕ ਬਣਾਉਣ ਲਈ ਕੈਮੀਕਲਸ ਯੂਜ਼ ਹੁੰਦੇ। ਮਿੱਟੀ ਦੀ ਵਰਤੋਂ ਨਹੀਂ ਹੁੰਦੀ। ਠੀਕ ਹੈ। ਭੁੱਖੋਰ ਰੁਕਦਾ ਹੈ। ਭੂਮੀ ਦਾ ਖੁਰਨਾ ਰੋਕਣਾ, ਜਿੰਨੇ ਜ਼ਿਆਦਾ ਪੇੜ ਲਗਾਓਗੇ ਉਨਾ ਇਹ ਰੁਕ ਜਾਏਗਾ ਤੁਹਾਡੇ ਕੋਲ। ਠੀਕ ਹੈ ਜੀ। ਮਿੱਟੀ ਦੀ ਵਰਤੋਂ ਹੁੰਦੀ ਹੈ ਕਿਸ ਚੀਜ਼ ਵਿੱਚ? ਹੈ ਨਾ, ਸੀਮੈਂਟ 'ਚ ਵੀ ਯੂਜ਼ ਹੁੰਦੀ, ਬੰਨ ਬਣਾਉਣ 'ਚ ਵੀ, ਫਸਲਾਂ ਉਗਾਉਣ 'ਚ ਵੀ, ਤਾਂ ਇਹਨਾਂ ਸਾਰਿਆਂ ਵਿੱਚ ਹੁੰਦੀ ਹੈਗੀ ਤੁਹਾਡੇ ਕੋਲ। ਠੀਕ ਹੈ ਜੀ। ਸੋ ਪਹਿਲਾ ਕੁਐਸਚਨ ਆ ਗਿਆ, ਮੱਲੜ ਕੀ ਹੁੰਦਾ? ਜਿਹੜੇ ਪੌਦਿਆਂ ਦੀ ਰਹਿੰਦ ਖੂੰਹਦ ਹੁੰਦੀ ਹੈ ਤਾਂ ਮਰੇ ਆਦਿ ਕਾਰਬਨਿਕ ਪਦਾਰਥ ਜਿਹੜੇ ਹੁੰਦੇ, ਮਰੇ ਹੋਏ ਜੀਵ ਹੁੰਦੇ, ਉਹਨਾਂ ਦੇ ਸਰੀਰ ਜਿਹੜੇ ਮਤਲਬ ਮਿੱਟੀ 'ਚ ਰਲ ਜਾਂਦੇ ਨੇ ਤਾਂ ਮਿੱਟੀ ਕਾਲੀ ਹੋ ਜਾਂਦੀ। ਉਹ ਕਾਲੇ ਪਦਾਰਥ ਨੂੰ ਮੱਲੜ ਕਹਿੰਦੇ ਹਾਂ ਆਪਾਂ। ਠੀਕ ਹੈ।
ਤੋ ਜਿਹੜਾ ਹੈਗਾ ਤੁਹਾਡੇ ਕੋਲ ਤੁਸੀਂ ਦੇਖੋਗੇ ਜਿਹੜੇ ਤੁਹਾਡੇ ਗੋਬਰ ਦੇ ਢੇਰ ਲਾਉਂਦੇ ਆ ਪਿੰਡਾਂ ਦੇ ਵਿੱਚ, ਜਦੋਂ 6 ਮਹੀਨੇ ਬਾਅਦ ਪੁੱਟਦੇ ਆ, ਐਂਡ ਵਿੱਚ ਜੋ ਨੀਚੇ ਨਿਕਲਦਾ ਬਿਲਕੁਲ ਕਾਲਾ ਪਦਾਰਥ ਨਿਕਲਦਾ ਹੈਗਾ, ਉਹਨੂੰ ਮੱਲੜ ਕਹਿੰਦੇ ਆ। ਮਿੱਟੀ ਦੇ ਕਾਰਬਨਿਕ ਘਟਕਾਂ ਦੇ ਨਾਂ ਲਿਖੋ। ਠੀਕ ਹੈ ਜੀ, ਆ ਹੁਣੇ ਕਿਹਾ ਸੀ ਕਾਰਬਨਿਕ ਹੈ, ਤੋ ਰਹਿੰਦ ਖੂੰਦ ਮਰੇ ਸਰੀਰ ਸਾਰੇ ਇੱਕ ਕੁਦਰਤੀ ਚੀਜ਼ਾਂ ਕਾਰਬਨਿਕ ਹੈ। ਆ ਕਾਰਬਨਿਕ ਘਟਕਾਂ ਦੇ ਨਾਂ ਰੇਤ, ਕੰਕਰ, ਚੀਕਣੀ ਮਿੱਟੀ, ਪੱਥਰ, ਖਣਿਜ, ਇਹ ਸਾਰੇ ਆ ਕਾਰਬਨਿਕ ਨੇ। ਪਸ਼ੂਆਂ ਦੀ ਰਹਿੰਦ ਖੂੰਦ, ਠੀਕ ਹੈ, ਤੇ ਉਹ ਸਾਰੇ ਮਰੇ ਹੋਏ ਜਿਹੜੇ ਪਸ਼ੂ ਨੇ, ਇਹ ਸਾਰੇ ਕਾਰਬਨ ਦੇ ਘਟਕ ਹੈ। ਦੋਮਟ ਮਿੱਟੀ ਕੀ ਹੁੰਦੀ ਹੈ? ਕਣਾਂ ਦੇ ਆਕਾਰ ਰੇਤਲੀ ਅਤੇ ਚੀਕਣੀ ਮਿੱਟੀ ਦੇ ਆਕਾਰ ਦੇ ਵਿਚਕਾਰਲਾ। ਵੀ ਰੇਤਲੀ ਤੋਂ ਤੇ ਚੀਕਣੀ ਮਿੱਟੀ, ਚੀਕਣੀ ਦਾ ਬਹੁਤ ਛੋਟਾ ਹੁੰਦਾ, ਰੇਤਲੀ ਦਾ ਬਹੁਤ ਵੱਡਾ, ਤੁਹਾਡਾ ਦਰਮਿਆਨਾ ਹੋਊਗਾ, ਇਹਨੂੰ ਦੋਮਟ ਮਿੱਟੀ ਕਹਿੰਦੇ ਆ। ਭੂ-ਖੋਰ ਕੀ ਹੁੰਦਾ? ਮਿੱਟੀ ਦੀ ਟੌਪ ਸੋਇਲ ਹੈ ਜਿਹੜੀ ਉੱਡਣੀ, ਤੇਜ਼ ਵਰਖਾ, ਹਵਾ, ਹੜ੍ਹਾਂ ਦੇ ਕਾਰਨ ਮਿੱਟੀ ਦੀ ਉੱਪਰਲੀ ਪਰਤ ਨਸ਼ਟ ਹੋ ਜਾਣ ਨੂੰ ਭੂ-ਖੋਰ ਕਹਿੰਦੇ ਹਨ। ਸੋ ਇਹ ਪੇਪਰ 'ਚ ਲਾਜ਼ਮੀ ਆਉਂਦਾ ਜੀ ਤੁਹਾਡੇ ਕੋਲ, ਮੱਲੜ ਪੇਪਰ 'ਚ ਪੱਕਾ ਆਉਂਦਾ ਹੁੰਦਾ। ਸੋ ਇਹ ਦੋ ਵੈਰੀ ਇੰਪੋਰਟੈਂਟ ਕੁਐਸਚਨਸ ਨੇ। ਹਾਂਜੀ, ਮਿੱਟੀ ਦਾ ਖਾਕਾ ਕੀ ਹੁੰਦਾ ਹੈ? ਮਿੱਟੀ ਦੀਆਂ ਵੱਖ-ਵੱਖ ਪਰਤਾਂ ਦਰਸਾਉਂਦੀ ਹੈ ਜਿਹੜੀ ਚੀਜ਼, ਉਹ ਮਿੱਟੀ ਦਾ ਖਾਕਾ ਹੁੰਦੀ ਹੈ। ਸੋ ਟੌਪ ਦੀ ਪਰਤ ਤੇ ਆ ਉੱਪਰਲੀ ਮਿੱਟੀ ਹੋ ਗਈ, ਆ ਹੇਠਲੀ ਹੋ ਗਈ, ਆ ਸਭ ਤੋਂ ਹੇਠਾਂ ਚਟਾਨਾਂ ਦੇ ਟੁਕੜੇ ਹੋ ਗਏ, ਸਭ ਤੋਂ ਨੀਚੇ ਤੁਹਾਡਾ ਪਥਰੀਲਾ ਤਲ ਹੋ ਗਿਆ। ਠੀਕ ਹੈ, ਸੋ ਇਹ ਹੋ ਗਿਆ। ਉਸ ਤੋਂ ਬਾਅਦ ਆ ਗਿਆ ਜੀ ਮਿੱਟੀ ਪ੍ਰਦੂਸ਼ਣ ਕਿਵੇਂ ਹੁੰਦੀ ਹੈ। ਸਾਇੰਸ ਤੁਸੀਂ ਕੋਈ ਵੀ ਲੈਂਗੁਏਜ ਲਿਖ ਸਕਦੇ ਹੋ, ਸਾਇੰਸ 'ਚ ਲੈਂਗੁਏਜ ਦਾ ਚੱਕਰ ਨਹੀਂ ਪੈਂਦਾ ਹੈਗਾ। ਸੋ ਮਿੱਟੀ ਕਿਵੇਂ ਪ੍ਰਦੂਸ਼ਿਤ ਹੁੰਦੀ ਹੈਗੀ ਹੈ। ਠੀਕ ਹੈ, ਤੁਸੀਂ ਮਿੱਟੀ 'ਚ ਰਸਾਇਣਿਕ ਖਾਦਾਂ ਦਾ ਪ੍ਰਯੋਗ ਕਰਦੇ ਹੋ, ਕੀਟਨਾਸ਼ਕਾਂ ਦਾ ਪ੍ਰਯੋਗ ਕਰਦੇ ਹੋ, ਵਿਅਰਥ ਪਦਾਰਥਾਂ ਦੇ ਢੇਰ ਲਾ ਦਿੰਦੇ ਹੋ, ਪੋਲੀਥੀਨ ਪਲਾਸਟਿਕ ਆਦਿ ਸੁੱਟ ਦਿੰਦੇ ਹੋ ਤੁਹਾਡੇ ਪਾਸ, ਇਹਨਾਂ ਸਾਰਿਆਂ ਨਾਲ ਮਿੱਟੀ ਪ੍ਰਦੂਸ਼ਿਤ ਹੁੰਦੀ ਹੈ। ਸੋ ਵੈਰੀ ਇੰਪੋਰਟੈਂਟ ਕੁਐਸਚਨ ਹੈਗਾ ਤੁਹਾਡੇ ਕੋਲ। ਠੀਕ ਹੈ, ਸਾਨੂੰ ਬਾਂਸ ਦੇ ਵਧੇਰੇ ਪੌਦੇ ਕਿਉਂ ਉਗਾਉਣੇ ਚਾਹੀਦੇ ਹਨ? ਇੱਕ ਤਾਂ ਬਾਂਸ ਹਰ ਜਗ੍ਹਾ ਤੇ ਜਾਂਦਾ ਹੈਗਾ ਤੁਹਾਡੇ ਕੋਲ। ਠੀਕ ਹੈ ਜੀ, ਤੇ ਦੂਸਰੀ ਚੀਜ਼ ਹੈ ਭੂਮੀਖੋਰ ਨੂੰ ਰੋਕਦਾ ਹੈ, ਤੇ ਤੀਜਾ ਵਿਕ ਮਹਿੰਗਾ ਜਾਂਦਾ ਹੈ। ਬਾਂਸ ਦੇ ਪੌਦੇ ਪਹਾੜੀ ਅਰਧ ਪਹਾੜੀ ਖੇਤਰਾਂ ਵਿੱਚ ਭੂ-ਖੋਰ ਰੋਕਣ ਵਿੱਚ ਮਦਦ ਕਰਦੇ ਹਨ। ਇਹ ਅਜਿਹੇ ਬੰਜਰ ਇਲਾਕਿਆਂ ਵਿੱਚ ਬਾਂਸ ਦੇ ਪੌਦੇ ਵਧੇਰੇ ਉਗਾਉਣੇ ਚਾਹੀਦੇ ਹਨ। ਠੀਕ ਹੈ ਜੀ, ਹੋ ਗਿਆ। ਉਸ ਤੋਂ ਬਾਅਦ ਆ ਗਿਆ ਜੀ ਕੁਐਸਚਨ, ਸੋ ਅੱਗੇ ਕੁਐਸਚਨ ਜਿਹੜੇ ਹਨ ਉਹ ਨੈਕਸਟ ਵੀਡੀਓ 'ਚ ਕਰਦੇ ਹਾਂ। ਇਹ ਵੀਡੀਓ ਕਾਫੀ ਹੋ ਗਈ ਤੁਹਾਡੇ ਕੋਲ, ਸੋ ਪਹਿਲਾਂ ਇੰਨਾ ਹੀ ਕਰ ਲਓ ਤੁਹਾਡੇ ਕੋਲ। ਠੀਕ ਹੈ ਜੀ, ਸੋ ਇਹ ਸ਼ੇਅਰ ਜ਼ਰੂਰ ਕਰ ਦਿਓ ਆਪਣੇ ਦੋਸਤਾਂ ਮਿੱਤਰਾਂ ਨੂੰ, ਤੇ ਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਿਓ। ਠੀਕ ਹੈ ਜੀ, ਥੈਂਕ ਯੂ।